सदा सुख वसै सहजे करे वापारा। अंतर गुर ज्ञान हर रतन है मुक्त करावण हारा। नानक जिसनु नदर करे सो पाए सो होवै दर सचियारा। अंतर गुर ज्ञान हर रतन है मुक्त करावण हारा। नानक जिसनु नदर करे सो पाए सो होवै दर सचियारा। वाहिगुरू जी का खालसा वाहिगुरू जी की फतेह। सतगुरु पातशाह साहब जी दे पावन दरबार दीयां हाज़रियां परतिया गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्र चीत होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए हो। किरपालता करना, अपने निर्मल हिरदे चों अरदास करना जो गुरु पातशाह साहब जी रहमत करना। पावन शब्द दी विचार बोलण दा ताण ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਅੱਜ ਮਹਾਰਾਜ ਨੇ ਸਾਨੂੰ ਪਾਵਨ ਬਚਨ ਬਖਸ਼ਿਸ਼ ਕੀਤਾ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਜਿਸ ਨੂੰ ਆਪਾਂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਹਾਂ। ਔਰ ਇਹਦੇ ਰਾਹੀਂ ਸਾਨੂੰ ਪੂਰਨਤਾ ਦਾ ਸੰਕਲਪ ਵੀ ਦਿੱਤਾ ਹੈ ਕਿ ਕਰਤਾ ਪੁਰਖ ਜੀ ਪੂਰਨ ਨੇ, ਪੂਰੇ ਕਾ ਕੀਆ ਸਭ ਕੁਛ ਪੂਰਾ ਹੁੰਦਾ ਹੈ। ਜਦੋਂ ਕਰਤਾ ਪੁਰਖ ਵਾਹਿਗੁਰੂ ਜੀ ਦੀ ਦਾਤ ਪੂਰੀ ਹੈ, ਸੰਕਲਪ ਵੀ ਪੂਰਾ ਹੈ, ਤੇ ਫਿਰ ਅਸੀਂ ਅਧੂਰੇ ਕਿਉਂ ਰਹਿ ਰਹੇ ਹਾਂ? ਅਸਾਂ ਵੀ ਤੇ ਪੂਰੇ ਹੋਣਾ ਹੈ। ਸ਼ਾਇਦ ਇਸੇ ਸੰਕਲਪ ਨੇ ਸਾਡੇ ਸਿੱਖ ਮੰਡਲ ਵਿੱਚ ਥਾਂ ਤੇ ਬਣਾਇਆ, ਪਰ ਅਸੀਂ ਜਿਉਂਦੇ ਚੇਤਨ ਸਰੂਪ ਵਿੱਚ ਉਸ ਨੂੰ ਪੂਰੇ ਨਾ ਕਹਿ ਪਾਏ। ਅਸੀਂ ਥੋੜ੍ਹਾ ਥੋੜ੍ਹਾ ਡਰਦੇ ਜੇ ਰਹੇ ਆਪਣੀਆਂ ਪੂਰਨਤਾ ਤੋਂ, ਆਪਣੀ ਕਮੀਆਂ ਤੋਂ। ਅਤੇ ਜਦੋਂ ਕੋਈ ਵਿਅਕਤੀ ਸਾਡੇ 'ਚੋਂ ਚਲਾਣਾ ਕਰ ਜਾਂਦਾ ਤਾਂ ਅਸੀਂ ਕਹਿੰਦੇ ਫਲਾਣਾ ਬੰਦਾ ਪੂਰਾ ਹੋ ਗਿਆ। ਸਾਡੇ ਸ਼ਬਦ ਬਣ ਗਿਆ ਕਿ ਦੇਖੋ ਜੀ ਫਲਾਣਾ ਭਾਈ ਪੂਰਾ ਹੋ ਗਿਆ। ਪਤਾ ਨਹੀਂ ਪੂਰਾ ਹੋਇਆ ਕਿ ਨਹੀਂ ਹੋਇਆ, ਪਰ ਹੋਣਾ ਚਾਹੀਦਾ ਹੈ। ਚਾਹੀਦਾ ਤੇ ਕਿ ਸਾਨੂੰ ਸਵਾਸਾਂ ਦੇ ਪੂਰੇ ਹੋਣ ਤੋਂ ਨਾਲ ਨਾਲ ਜੀਵਨ ਯਾਤਰਾ ਵੀ ਪੂਰੀ ਹੋ ਜਾਏ। ਸਾਡੇ ਬਹੁਤੇ ਜੀਆਂ ਦੇ ਸਵਾਸ ਪੂਰੇ ਹੋ ਰਹੇ ਨੇ, ਦਿੱਤਾ ਹੋਇਆ ਸਮਾਂ ਪੂਰਾ ਹੋ ਰਿਹਾ, ਪਰ ਸਾਡੀ ਜੀਵਨ ਯਾਤਰਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ। ਚਾਹੀਦੀ ਹੈ ਪੂਰੀ ਹੋ ਜਾਏ। ਸਿਆਣੇ ਕਹਿੰਦੇ ਨੇ ਕਿ ਸਰੀਰ ਨੇ ਸੁੱਤੇ ਸਿੱਧੇ ਆਪਣੀ ਯਾਤਰਾ ਪੂਰੀ ਕਰ ਲੈਣੀ ਹੈ।
ਅਸਾਂ ਨੇ ਆਪਣੀ ਯਾਤਰਾ ਪੂਰੀ ਕਦੋਂ ਕਰਾਂਗੇ। ਅਸੀਂ ਉਪਰਾਲਾ ਹੀ ਨਹੀਂ ਕਰਦੇ। ਬਹੁਤੇ ਜੀ ਤੇ ਅਚੇਤ ਅਗਿਆਨਤਾ ਵਿੱਚ ਵਿਚਰ ਰਹੇ ਨੇ। ਥੋੜ੍ਹੇ ਜੀ ਹੈਗੇ ਨੇ, ਨਹੀਂ ਕਿ ਨਹੀਂ ਗਏ, ਜਿਹੜੇ ਚੇਤਨ ਨੇ। ਪਰ ਕਈ ਵਾਰ ਚੇਤਨਤਾ ਤੇ ਹੈ, ਪਰ ਸਾਡੇ ਕੋਲ ਫਿਰ ਬਲ ਨਹੀਂ ਹੁੰਦਾ, ਸਮਝ ਨਹੀਂ ਹੁੰਦੀ। ਵਿਕਾਰਾਂ ਦਾ ਪ੍ਰਭਾਵ ਅਤੇ ਦਬਾਅ ਜ਼ਿਆਦਾ ਹੋ ਜਾਂਦਾ ਹੈ। ਅਸੀਂ ਕਮਜ਼ੋਰ ਜਿਹੇ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ, ਪਰ ਫਿਰ ਵੀ ਯਤਨਸ਼ੀਲ ਤੇ ਸਦਾ ਰਹਿਣਾ ਚਾਹੀਦਾ ਹੈ। ਔਰ ਮਹਾਰਾਜ ਨੇ ਜੋ ਯਤਨ ਦਿੱਤਾ ਹੈ ਬੜਾ ਸਰਲ ਹੈ, ਪਰ ਬੜਾ ਕਠਿਨ ਵੀ ਹੈ। ਕਿਉਂਕਿ ਜਿਹੜੀ ਚੀਜ਼ ਬੜੀ ਸਰਲ ਜੀ ਹੋਵੇ ਨਾ, ਉਹੀ ਕਠਿਨ, ਨਿਭਾਉਣੀ ਕਠਿਨ ਹੁੰਦੀ ਹੈ। ਜਿਹਨੂੰ ਕਹਿਣ, ਬਤਾਵਣ, ਦੱਸਣ ਦੇ ਵਿੱਚ ਬੜੀ ਕਠਿਨਤਾ ਜੀ ਲੱਗੇ, ਵੇਖਣ 'ਚ ਕਠਿਨ ਜੀ ਹੋਵੇ, ਕਈ ਵਾਰ ਸਰਲ ਹੁੰਦੀ ਜੇ। ਪਰ ਜਿਸ ਗੱਲ ਨੂੰ ਗੁਰੂ ਨਾਨਕ ਪਾਤਸ਼ਾਹ ਬੜੀ ਸਰਲਤਾ ਨਾਲ ਕਹਿ ਦਿੰਦੇ ਨੇ ਨਾ, ਨਿਭਾਉਂਦਿਆਂ ਬੜੀ ਕਠਿਨ ਹੋ ਜਾਂਦੀ ਹੈ, ਕਿਉਂਕਿ ਪਲ ਪਲ ਧਿਆਨ ਰੱਖਣਾ ਪੈਂਦਾ ਹੈ। ਇਹੀ ਕੱਲ੍ਹ ਵੀ ਅਸੀਂ ਵਾਚ ਰਹੇ ਸਾਂ, ਮਹਾਰਾਜ ਕੱਲ੍ਹ ਵੀ ਦੱਸ ਰਹੇ ਸੀ ਕਿ ਜਗਤ ਜੀ ਤੇਰੇ ਆਏ। ਅਸੀਂ ਤੁਸੀਂ ਸਾਰੇ ਜੀਵਨ 'ਤੇ ਜੀ ਹੀ ਰਹੇ ਹਾਂ, ਸਮਾਂ 'ਤੇ ਹੰਢਾ ਹੀ ਰਹੇ ਹਾਂ। ਪਰ ਵੇਖਣ ਵਾਲੀ ਇਹ ਗੱਲ ਹੈ ਕਿ ਜੀ ਕਿਸ ਤਰ੍ਹਾਂ ਰਹੇ ਆ। ਹੋਰ ਠੀਕ ਹੈ, ਕੋਈ ਅਮੀਰੀ 'ਚ ਜੀ ਗਿਆ, ਕੋਈ ਗਰੀਬੀ 'ਚ ਜੀ ਗਿਆ, ਕੋਈ ਪੜ੍ਹ ਲਿਖ ਗਿਆ, ਕੋਈ ਅਨਪੜ੍ਹ ਹੋ ਗਿਆ। ਅਸੀਂ ਇੱਦਾਂ ਦੇਖਦੇ ਹਾਂ ਇੱਕ ਦੂਜੇ ਦੇ ਜੀਵਨ ਨੂੰ। ਜਦੋਂ ਅਸੀਂ ਸਮਾਜਿਕ ਵਿਆਖਿਆਵਾਂ ਕਰਦੇ ਹਾਂ ਤਾਂ ਅਸੀਂ ਇੱਦਾਂ ਦੀਆਂ ਕਰਦੇ ਹਾਂ, ਦੇਖੋ ਜੀ ਫਲਾਣਾ ਬੰਦਾ ਬੜਾ ਪੜ੍ਹਾ ਲਿਖਿਆ ਸੀ, ਬੜਾ ਵਧੀਆ ਜੀਵਨ ਜੀ ਗਿਆ, ਅਤੇ ਦੂਜਾ ਭਾਈ ਅਨਪੜ੍ਹ ਜਿਹਾ ਸੀ ਵਿਚਾਰਾ, ਹੌਲੀ ਹੌਲੀ ਜਿਸ ਤਰ੍ਹਾਂ ਜੀ ਗਿਆ ਨਾ। ਪਰ ਦੇਖਣਾ ਇਹ ਹੁੰਦਾ ਹੈ ਕਿ ਪੜ੍ਹੇ ਲਿਖਿਆ ਅਤੇ ਅਨਪੜ੍ਹ 'ਚੋਂ ਸੱਤ ਕਿਹਦੇ ਪੱਲੇ ਜ਼ਿਆਦਾ ਸੀ, ਆਚਰਣ ਕਿਹਦਾ ਸ਼ੁੱਧ ਸੀ, ਕਿਹਦੇ ਮਨ ਵਿੱਚ ਸੰਸਾਰ ਦੇ ਭਲੇ ਦੀ ਲੋਚਾ ਸੀ। ਨਾਲ ਹੀ ਨਾਲ ਆਪਣੇ ਭਲੇ ਦੀ ਲੋਚਾ ਤਾਂ ਸਾਰਿਆਂ ਕੋਲ ਹੀ ਹੈਗੀ ਹੈ, ਸੰਸਾਰ ਦੇ ਭਲੇ ਦੀ ਲੋਚਾ ਵੀ ਹੋਵੇ, ਈਰਖਾ, ਨਿੰਦਾ, ਚੁਗਲੀ, ਛਲ ਕਪਟ ਤੋਂ ਰਹਿਤ ਹੋਵੇ, ਸਰਲ ਹੋਵੇ। ਅਤੇ ਇਸੇ ਕਰਕੇ ਮਹਾਰਾਜ ਨੇ ਕਿਹਾ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਸਮਾਜ ਵਿੱਚ ਪੜ੍ਹੇ ਅਣਪੜ੍ਹੇ ਪਰਮਗਤੀ ਨਹੀਂ ਜੇ ਪਾਉਂਦੇ, ਅਤੇ ਪੜ੍ਹੇ ਹੀ ਪਾਉਂਦੇ ਨੇ। ਪਰ ਜਿਸ ਨੂੰ ਅਸੀਂ ਧਾਰਮਿਕ ਅਤੇ ਧਾਰਮਿਕ ਤੋਂ ਬਾਅਦ ਅਧਿਆਤਮਿਕ ਅਤੇ ਅਧਿਆਤਮਿਕ ਤੋਂ ਬਾਅਦ ਪਰਮਾਰਥਕ, ਅਸੀਂ ਕਈ ਵਾਰੀ ਇਹਨਾਂ ਨੂੰ ਇੱਕੋ ਹੀ ਬਣਾ ਲੈਂਦੇ ਹਾਂ। ਇਹ ਤਿੰਨ ਅਲੱਗ ਅਲੱਗ ਅਵਸਥਾਵਾਂ ਨੇ, ਧਾਰਮਿਕ ਹੈ, ਅਧਿਆਤਮਿਕ ਹੈ, ਅਤੇ ਫਿਰ ਸਿਖਰ ਦੀ ਪਰਮਾਰਥਕ ਹੈ। ਅਸੀਂ ਬਹੁਤੇ ਜੀ ਆਪਣੇ ਆਪ ਨੂੰ ਧਾਰਮਿਕ ਤੇ ਕਹਿ ਰਹੇ ਹਾਂ, ਪਰ ਸਾਡੇ 'ਚ ਘੱਟ ਜੀ ਨੇ ਜੋ ਅਧਿਆਤਮਿਕ ਮੰਡਲਾਂ ਦੀ ਗੱਲ ਕਰ ਪਾਉਂਦੇ ਨੇ। ਉਹਨਾਂ ਅਧਿਆਤਮਿਕ ਮੰਡਲਾਂ ਦੀਆਂ ਗੱਲਾਂ ਕਰਨ ਵਾਲਿਆਂ ਵਿੱਚੋਂ ਵੀ ਬਹੁਤ ਘੱਟ ਹੁੰਦੇ ਜੋ ਪਰਮਾਰਥ ਦੀ ਗੱਲਾਂ ਕਰ ਪਾਉਂਦੇ ਨੇ। ਅੱਗੇ ਆ ਕੇ ਸਾਨੂੰ ਥੋੜ੍ਹੇ ਦਿਨ ਬਾਅਦ ਰਾਗ ਸੋਰਠ ਪ੍ਰਾਪਤ ਹੋਣਾ ਹੈ। ਰਾਗ ਸੋਰਠ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਅੱਗੇ ਜਾ ਕੇ ਮਿਲੇਗਾ, ਸਾਡੇ ਬਾਬਤ ਹੈ। ਅਸੀਂ ਆਪਣੇ ਆਪ ਨੂੰ ਸਾਰੇ ਧਾਰਮਿਕ ਕਹਿ ਰਹੇ ਹਾਂ, ਅਸੀਂ ਧਾਰਮਿਕ ਹਾਂ ਜੀ, ਪਰ ਸਾਡਾ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਹੋ ਪਾ ਰਿਹਾ। ਅਸੀਂ ਫੇਲ ਹੋ ਜਾਂਦੇ ਹਾਂ। ਪਤਾ ਕਿਉਂ? ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਕਦੇ ਰਵਿਦਾਸ ਸਾਹਿਬ ਦਾ ਇੱਕ ਬਚਨ ਹੈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਅਤੇ ਨਤੀਜਾ ਕੀ ਹੈ? ਪਰਮਾਰਥ ਪ੍ਰਵੇਸ਼ ਨਹੀਂ। ਪਰਮਾਰਥ ਵਿੱਚ ਪ੍ਰਵੇਸ਼ ਕਰਨ ਵਾਸਤੇ ਵਿਵੇਕ ਬੁੱਧੀ ਦਾ ਸਬਲ ਹੋਣਾ ਜ਼ਰੂਰੀ ਹੈ। ਇਸੇ ਕਰਕੇ ਮਹਾਰਾਜ ਨੇ ਸਾਨੂੰ ਜੁਗਤਾਂ ਦਿੱਤੀਆਂ ਨੇ ਵੀ ਜੀਵਨ ਕਿਸ ਤਰ੍ਹਾਂ ਜਿਉਣੇ। ਕੱਲ੍ਹ ਦੱਸ ਰਹੇ ਸਨ, ਜਗਤ ਅੰਧਿਆਂ ਵਾਂਗ ਜੀਵਨ ਜਿਉ ਰਿਹਾ ਹੈ, ਬਸ ਕਰ ਰਿਹਾ ਹੈ, ਧਰਮ ਦੇ ਨਾਂ 'ਤੇ ਕਰਮ ਕਰ ਰਿਹਾ ਹੈ। ਉਹਦਾ ਮਾਇਨੇ ਕੀ ਹੈ, ਕਿਉਂ ਕਰ ਰਿਹਾ ਪਤਾ ਹੀ। ਲੋਕ ਕਰਦੇ ਨੇ, ਅਸੀਂ ਵੀ ਕਰਦੇ ਜਾ ਰਹੇ ਹਾਂ। ਔਰ ਫਿਰ ਦੁਹਰਾ ਲਈਏ ਕਿ ਬਹੁਤ ਉਹ ਕਰਤੱਵ ਕਰਮ ਨੇ ਜਿਨ੍ਹਾਂ ਤੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਕੱਢਿਆ। ਅਸੀਂ ਮੁੜ ਕੇ ਫਿਰ ਉਹੀ ਦੁਹਰਾਉਣ ਲੱਗ ਪਏ। ਧਰਮ ਦੇ ਨਾਂ 'ਤੇ ਬਹੁਤ ਸਾਰੇ ਕਰਤੱਵ ਅਸੀਂ ਕਰਦੇ ਹਾਂ ਜੋ ਵੇਖਾ ਵੇਖੀ ਨੇ। ਹੁਣ ਪੁੱਛੀ ਮਹਾਰਾਜ ਫਿਰ ਕਿੱਦਾਂ ਅਸੀਂ ਕੋਈ ਐਸਾ ਕਰਮ ਲੱਭੀਏ ਜਿਹੜਾ ਧਰਮ ਦੇ ਮੁਤਾਬਕ ਹੋਵੇ। ਫਿਰ ਮਹਾਰਾਜ ਇੱਕ ਗੁਰਸਿੱਖ ਦਾ ਸਰੂਪ ਦਰਸ਼ਨ ਲਿਖ ਰਹੇ, ਕਿਉਂਕਿ ਸਾਨੂੰ ਆਖਰ ਕੋਈ ਆਦਰਸ਼ ਤੇ ਚਾਹੀਦਾ ਨਾ। ਇੱਕ ਗੁਰਸਿੱਖ ਦਾ ਜੋ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਬਚਨਾਂ ਨੂੰ ਮੰਨਦਾ ਹੈ, ਅੱਜ ਉਹਦਾ ਬਿਆਨ ਮਹਾਰਾਜ ਨੇ ਆਪਣੇ ਰੂਪ 'ਚ ਦਰਜ ਕੀਤਾ ਹੈ। ਕਿਸੇ ਸਿੱਖ ਨੂੰ ਪੁੱਛੀਏ ਜੋ ਗੁਰੂ ਕਾ ਪਿਆਰਾ ਹੋਵੇ ਕਿ ਵੀ ਤੁਸੀਂ ਕਿੱਦਾਂ ਜਿਉਂਦੇ ਹੋ,
ਲੋਕ ਤੇ ਅਗਿਆਨਤਾ 'ਚ ਜੀ ਜਾ ਰਹੇ ਨੇ, ਠੀਕ ਹੈ, ਧਰਮ ਦੇ ਨਾਂ 'ਤੇ ਕਰੀ ਜਾ ਰਹੇ ਨੇ, ਕਿਉਂ ਪਤਾ ਨਹੀਂ, ਪਰ ਕਰ ਰਹੇ ਨੇ। ਤੁਸੀਂ ਕੀ ਕਰਦੇ ਹੋ? ਕਹਿਣ ਲੱਗੇ ਅਸੀਂ ਲੋਕਾਂ ਦੇ ਮਗਰ ਨਹੀਂ ਚੱਲਦੇ। ਸਿੱਖ ਦੀ ਪਹਿਲੀ ਨਿਸ਼ਾਨੀ, ਇਹ ਭੀੜ ਦਾ ਹਿੱਸਾ ਨਹੀਂ ਹੁੰਦਾ, ਇਹ ਲੋਕਾਂ ਦੇ ਮਗਰ ਭੇਡ ਚਾਲ ਵਿੱਚ ਨਹੀਂ ਚੱਲਦਾ। ਫਿਰ ਕੀ ਕਹਿੰਦਾ ਹੈ, ਬੜਾ ਪਿਆਰਾ, ਹਮ ਘਰ ਨਾਮ ਖਜ਼ਾਨਾ ਸਦਾ ਹੈ। ਸਿੱਖ ਕਹਿੰਦਾ ਹੈ ਭਾਈ ਸਾਨੂੰ ਭੀੜ ਦੇ ਮਗਰ ਤੁਰਨ ਦੀ ਲੋੜ ਨਹੀਂ ਹੈ, ਸਾਨੂੰ ਕਰਮ ਕਾਂਡਾਂ ਦੇ ਪਿੱਛੇ ਡੁੱਬ ਜਾਣ ਦੀ, ਭਟਕ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਸਾਡੇ ਕੋਲ ਤਾਂ ਵਾਹਿਗੁਰੂ ਦਾ ਨਾਮ ਹੈਗਾ ਨਾ, ਅਸੀਂ ਕਰਮ ਕਾਂਡਾਂ ਚੱਕਰਾਂ ਚੋਂ ਕੀ ਲੈਣਾ। ਲੋਕ ਸਿਰ 'ਤੇ ਪੰਡਾਂ ਧਰ ਕੇ ਤੁਰੇ ਫਿਰਦੇ ਨੇ, ਉੱਥੇ ਜਾਣਾ, ਉੱਥੇ ਜਾਣਾ, ਉੱਥੇ ਰੱਬ ਮਿਲੇਗਾ, ਉੱਥੇ ਰੱਬ ਮਿਲੇਗਾ। ਨਾ ਭਾਈ, ਇੱਦਾਂ ਰੱਬ ਕਿਤੇ ਨਹੀਂ ਜੇ ਮਿਲਣਾ। ਬਥੇਰੇ ਲੋਕ ਕਰਮ ਕਰਦੇ ਨੇ, ਆ ਕਰ ਮਾਘੀ ਹੈ, ਲੋਕਾਂ ਨੇ ਪਤਾ ਨਹੀਂ ਕਿੰਨੇ ਕੁ ਦਰਿਆਵਾਂ 'ਤੇ ਜਾ ਕੇ ਡੁਬਕੀਆਂ ਲਗਾ ਲੈਣੀਆਂ ਨੇ, ਕਿ ਡੁਬਕੀਆਂ ਲਗਾਉਣ ਨਹਾ ਲੈਣ ਰੱਬ ਮਿਲਦਾ, ਅਤੇ ਜਵਾਬ ਹੈ ਨਹੀਂ। ਮਹਾਰਾਜ ਦੇ ਪਿਆਰਿਆਂ ਨੇ ਅਤੇ ਮਹਾਰਾਜ ਦੇ ਵਚਨ 'ਚ ਬਹੁਤ ਐਸੇ ਬਚਨ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਤੀਰਥਾਂ 'ਤੇ ਨਹਾਉਣ ਦੇ ਨਾਲ ਰੱਬ ਨਹੀਂ ਜੇ ਮਿਲਦਾ। ਫਿਰ ਰੱਬ ਕਿਵੇਂ ਮਿਲੇਗਾ? ਬੜਾ ਪਿਆਰਾ ਬਚਨ ਹੈ, ਗਿਆਨ ਮਹਾਰਸ ਨਹਾਈਐ ਭਾਈ। ਪਾਣੀ ਵਿੱਚ ਹਰ ਕੋਈ ਜੀ ਨਹਾ ਰਿਹਾ ਹੈ, ਅਨਪੜ੍ਹ ਵੀ ਨਹਾ ਰਿਹਾ, ਪੜ੍ਹਿਆ ਵੀ ਨਹਾ ਰਿਹਾ, ਗਿਆਨੀ ਵੀ ਨਹਾ ਰਿਹਾ, ਅਗਿਆਨੀ ਵੀ ਨਹਾ ਰਿਹਾ, ਔਰ ਡੱਡੀਆਂ ਮੱਛੀਆਂ ਤੇ ਸਦਾ ਰਹਿੰਦੀਆਂ ਪਾਣੀ 'ਚ ਨੇ। ਫਿਰ ਉਹਨੂੰ ਰੱਬ ਮਿਲ ਜਾਣਾ ਚਾਹੀਦਾ ਸੀ ਨਾ। ਆ ਕਦੇ ਕਦੇ ਕੀਰਤਨ ਸੁਣਿਆ, ਮਿਲੇ ਜੇ ਤੀਰਥ ਨਹਾਤੇ ਆ ਜਦੋਂ ਡੱਡਾ ਵਾਸੀ। ਜਲ ਵਿੱਚ ਡੱਡੂ ਸਦਾ ਪਾਣੀ ਵਿੱਚ ਹੀ ਨੇ, ਮਿਲ ਜਾ ਰੱਬ ਉਹਨਾਂ ਨੂੰ। ਜੰਗਲਾਂ 'ਚ ਵਿਚਰਿਆ ਹਿਰਨ ਪਕਸ਼ੀ ਪਕਸ਼ੂ ਚੌਪਾਏ ਸਦਾ ਜੰਗਲਾਂ 'ਚ ਰਹਿੰਦੇ ਨੇ, ਇਹਨੂੰ ਮਿਲ ਜਾਂਦਾ। ਕਿਤੇ ਦਸ਼ਮੇਸ਼ ਕੇ 20 ਕਵਿਤ ਜਿਹੜੇ ਗਿਆਨ ਖੰਡੀ ਨੇ, ਪੜ੍ਹ ਕੇ ਦੇਖਣਾ, ਫਿਰ ਪਤਾ ਲੱਗਦਾ ਵੀ ਕੀ ਵਾਕਿਆ ਤਾਂ ਮਿਲਦਾ ਅਤੇ ਪਾਤਸ਼ਾਹ ਲੱਗੇ ਨਹੀਂ, ਇਸ ਤਰ੍ਹਾਂ ਕੁਛ ਨਹੀਂ ਜੇ ਮਿਲਦਾ। ਤੁਹਾਡੇ ਕੋਲ ਕੀ ਹੈ? ਜੇ ਸਾਨੂੰ ਕੋਈ ਪੁੱਛੇ ਵੀ ਤੇਰੇ ਕੋਲ ਕੀ ਹੈ, ਤੇ ਸ਼ਾਇਦ ਅਸੀਂ ਜਵਾਬ ਦੇ ਪਾਵਾਂਗੇ ਕਿ ਨਹੀਂ ਦੇ ਪਾਵਾਂਗੇ। ਪਰ ਮਹਾਰਾਜ ਨੇ ਇੱਕ ਗੁਰਸਿੱਖ ਦਾ ਜਵਾਬ ਦਿੱਤਾ ਹੈ, ਹਮ ਘਰ, ਸਾਡੇ ਘਰ ਵਿੱਚ ਕੀ ਹੈ? ਨਾਮ ਖਜ਼ਾਨਾ ਹੈ। ਸਾਡੇ ਘਰ ਨਾਮ ਦਾ ਖਜ਼ਾਨਾ ਹੈ ਭਾਈ। ਔਰ ਅਸੀਂ ਸੁਣਿਆ ਹੈ, ਜਿਨ੍ਹਾਂ ਨੇ ਇਸ ਨਾਮ ਖਜ਼ਾਨੇ ਦੇ ਬਾਰੇ ਪਹਿਲਾਂ ਜਾਣਿਆ, ਫਿਰ ਉਹ ਕਹਿੰਦੇ ਨੇ ਕਦੇ ਕਦਾਈ, ਪਿਉ ਦਾਦੇ ਕਾ ਖੁੱਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਭਾਈ ਸਮਝ ਆਈ, ਹੁਣ ਹੀ ਖਜ਼ਾਨਾ ਖੋਲ੍ਹ ਕੇ ਦੇਖਿਆ। ਇਹ ਨਾਮ ਦਾ ਖਜ਼ਾਨਾ ਤਾਂ ਬੜਾ ਵੱਡਾ ਸੀ, ਔਰ ਸਾਰੇ ਮੰਨਦੇ ਆ ਕਿ ਜਿਤਨੀਆਂ ਵੀ ਬਰਕਤਾਂ ਨੇ ਨਾਮ ਦੇ ਸਦਕੇ ਮਿਲਦੀਆਂ ਨੇ। ਅਸੀਂ ਮੰਗਦੇ ਵੀ ਨਾਮ ਆ, ਗਾਹੇ ਬਗਾਹੇ ਹਰ ਗੱਲ 'ਚ, ਹਰ ਅਰਦਾਸ ਵਿੱਚ, ਹਰ ਸ਼ਬਦ ਵਿੱਚ ਅਸੀਂ ਨਾਮ ਦੀ ਗੱਲ ਕਰਦੇ ਹਾਂ। ਹਰ ਰੋਜ਼ ਅਰਦਾਸ ਕਰਦੇ ਹਾਂ ਅਸੀਂ ਕਿ ਦਾਨਾ ਸਿਰਦਾਨ ਨਾਮਦਾਨ ਹੈ, ਸਾਨੂੰ ਮਿਲਣਾ ਚਾਹੀਦਾ ਹੈ। ਹਮ ਘਰ ਨਾਮ ਖਜ਼ਾਨਾ ਸਦਾ ਹੈ। ਕਿ ਕਿਸ ਰੂਪ 'ਚ ਹੈ ਨਾਮ? ਕਿਸ ਰੂਪ 'ਚ ਤੁਹਾਡੇ ਕੋਲ ਹੈਗਾ? ਕਹਿਣ ਲੱਗੇ ਭਗਤੀ ਭਰੇ ਭੰਡਾਰਾ, ਭਗਤੀ ਦੇ ਭੰਡਾਰ ਭਰੇ ਪਏ ਨੇ ਸਾਡੇ ਘਰ, ਤਾਂ ਭਾਵ ਸਾਡੇ ਗੁਰੂ ਨਾਨਕ ਦੇ ਘਰ ਤਾਂ ਭਗਤੀ ਦੇ ਭੰਡਾਰ ਭਰੇ ਪਏ ਨੇ। ਅਸੀਂ ਪੜ੍ਹਿਆ ਇੱਕ ਵਚਨ, ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਨਾਨਕ ਦੇ ਘਰ ਪਰਮੇਸ਼ਰ ਵਾਹਿਗੁਰੂ ਜੀ ਕਾ ਨਾਮ ਹੈ। ਇੱਕ ਵਾਰ ਸਿੱਧਾਂ ਨੇ ਪੁੱਛਿਆ ਵੀ ਸੀ ਵੀ ਤੁਸਾਂ ਕਿਹੜੀ ਕਰਾਮਾਤ ਐਸੀ ਵਰਤੀ ਹੈ ਕਿ ਜਿਹਦੇ ਕਰਕੇ ਵੱਡੇ ਵੱਡੇ ਰਾਜੇ ਰਾਣਿਆਂ ਨੂੰ ਜਿੱਤ ਗਏ ਹੋ? ਦੁਨੀਆ ਦਾ ਕੋਈ ਬੰਦਾ ਐਸਾ ਨਹੀਂ ਜੋ ਤੁਹਾਨੂੰ ਸਿਰ ਨਾ ਝੁਕਾਉਂਦਾ ਹੋਵੇ, ਮੱਥਾ ਨਾ ਟੇਕਦਾ ਹੋਵੇ। ਤੁਹਾਡੇ ਕੋਲ ਕੋਈ ਕਰਾਮਾਤ ਹੈ ਦੱਸੋ? ਸਤਿਗੁਰੂ ਕਹਿਣ ਲੱਗੇ ਨਹੀਂ, ਸਾਡੇ ਕੋਲ ਪਰਮਾਤਮਾ ਦੇ ਨਾਮ ਤੇ ਸ਼ਬਦ ਤੋਂ ਬਿਨਾਂ ਹੋਰ ਕੋਈ ਕਰਾਮਾਤ ਸਾਡੇ ਘਰ ਨਹੀਂ ਜੇ। ਔਰ ਅੱਜ ਤੱਕ ਅਸੀਂ ਆਪਣੇ ਵਡੇਰਿਆਂ ਬਜ਼ੁਰਗਾਂ ਤੋਂ ਸੁਣਿਆ, ਪੜ੍ਹਿਆ, ਵਾਚਿਆ ਭਈ ਸ਼ਬਦ ਹੀ ਕਰਾਮਾਤ ਹੈ, ਕਰਤਾ ਪੁਰਖ ਦੇ ਨਾਮ ਦੀ ਹੀ ਕਰਾਮਾਤ ਹੈ। ਅੱਜ ਜੋ ਕਿ ਸੰਸਾਰ 'ਚ ਵਰਤ ਰਿਹਾ, ਹੋ ਰਿਹਾ, ਅਸੀਂ ਤੁਸੀਂ ਜੀ ਰਹੇ ਹਾਂ, ਸਾਹ ਲੈ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਇਹ ਸਭ ਨਾਮ ਦੇ ਸਦਕੇ 'ਤੇ ਹੈ। ਜਿਵੇਂ ਅਸੀਂ ਸਮਝਣ ਵਾਸਤੇ ਕਦੇ ਕਦੇ ਸਮਝ ਲੈਂਦੇ ਹਾਂ, ਆ ਸਾਨੂੰ ਚਾਨਣਾ ਮਿਲ ਰਿਹਾ, ਸਾਡੀ ਆਵਾਜ਼ ਬੁਲੰਦ ਹੋ ਰਹੀ ਹੈ, ਇਸ ਨੂੰ ਰਿਕਾਰਡ ਕਰਕੇ ਬਹੁਤ ਸਮੇਂ ਤੱਕ ਰੱਖ ਰਹੇ ਹਾਂ। ਦੁਨੀਆ ਭਰ ਦੇ ਇੰਤਜ਼ਾਮ ਸਾਡੇ ਡਿਵਾਈਸ ਚੱਲ ਰਹੇ ਨੇ। ਪੁੱਛੀ ਕਿਹਦੇ ਕਰਕੇ? ਇੱਕੋ ਜਵਾਬ ਹੈ ਭਾਈ, ਬਿਜਲੀ ਕਰਕੇ। ਚਾਨਣਾ ਚਾਹੀਦਾ ਤੇ ਬਿਜਲੀ ਦੀ ਲੋੜ ਹੈ, ਹਵਾ ਚਾਹੀਦੀ ਤੇ ਬਿਜਲੀ ਦੀ ਲੋੜ ਹੈ,
घर कमरे नूं गर्म करना तो बिजली की लोड़ है, सर्द करना ठंडा करना तो बिजली की लोड़ है, होर दुनिया भर के कार विहार करने तो बिजली की लोड़ है। पुछिए किसी ने भी आ बल्ब लाइटां जगदियां ने, फिर बल्ब खर्च हो रहा होना, तो सियाणा दाना दसेगा भी हाँ बल्ब की एक उम्र है, ये भी समा नियत किया गया इन्ने घंटे चलेगा, पर यह कला नहीं जग सकता जब तक कि पिछे पावर ना बिजली ना हो। इस तरह साढ़े शरीर की उम्र है इन्ने साल चलेगा। अज बल्ब की उम्र है ना लिखी होंगी इन्ने घंटे लगातार चला सकते हो, सानू इन्ने साल लगातार चल सकते हैं असी, पर कल्ले नहीं जे चल सकते, नाम कला दे सदके चलांगे। सियाणे पिछे कहणगे बिजली खर्च हो रही है। इवें ही संसार च जो कुछ भी हो रहा है, ग्रह नक्षत्र तारे सियारे सर्दी गर्मी बरसात, गुरु नानक के नाम के तारे सकले जंत, नाम के तारे खंड ब्रह्मंड, इस जिस पावर ने सारे ब्रह्मंडी प्रसारे नूं जीवन ऊर्जा दी है, गुरु नानक उसे नाम कहिंदे ने, और उहदे नाल ही सानूं सीधे तौर पर जोड़ देंदे ने। इसे करके सानूं आडंबरां की जरूरत नहीं है, सानूं किसी प्रकार के कर्म कांडां की जरूरत नहीं है, सानूं लोकां दे मगर लग के भटकण की जरूरत नहीं। पर अफसोस इस गल दा है कि कहिंदे कहांदे सिख भी लोक विखावे दे चक्कर च फसे हुए, वो सारे ही कर्म करते हैं जिहड़े कर्म करते गुरु नानक जी वरजते हैं। असीं कदे लोक लज्जा का ना, कदे परिवार का ना, कदे किसी होर का ना, लोक की कहणगे ये कह के कर लग पैंदे। साडे घर तां भाई वाहिगुरू जी के नाम के भंडार भरे ने, और इन्हां नाम दे नाल बस जुड़ना चाहिए। याद रखना, नाम दे नाल जुड़न वास्ते सानू अपने अंतरात्मा नूं शुद्ध ते निर्मल करना पैंदा है। ये तो करना पैना ना, इत्थे बैठ के असीं रब की प्राप्ति लई नहीं जे बैठे, इस भुलेखे च ना रहना कि इत्थे बह के रब मिलेगा। इत्थे बैठन ते शुद्धता मिलेगी, ज्ञान प्राप्त होएगा, गुरु का उपदेश मिलेगा, गुरु के प्यार दे सदके, गुरु के उपदेश के सदके, गुरु साहब के ज्ञान के सदके, गुरु की संगत दे सदके साडा हिरदा निर्मल होएगा। असां इत्थे ही करना है। हौली हौली रोज़ाना सानू थोड़ा थोड़ा भी समझ आउंदा गया तो असीं हौली हौली अपने घर नूं, अपने हिरदे नूं साफ करते जावांगे, साडा हिरदा निर्मल हुंदा चला जाएगा। बड़ा प्यारा बचन असीं लिखते लैंदे हां, गुरु द्वारे होए सोझी पाए सी। भई इत्थे सोझी मिलनी है, जिन्हों जपजी साहब च सुध किया है, आप पढ़ते हो ना, तिथे घड़िए सुरां सिद्धां की सुध, सुध का मतलब है सोझी। महात्मा बुद्ध ने उस सोची नूं ही बोध किया है। सानू बोध मिलता है, नॉलेज मिलती है, ज्ञान मिलता है, समझ मिलती है की करना चाहिए, किवें करना चाहिए। और ये समझ मिलने के बाद जिस ताकत के सदके असीं बल वरतना, वो बल नाम दा है। महाराज ही समझाते ने, वो नाम ही खजाना है, नाम ही ताकत है, जिस के सदके असीं खड़े हाँ, चलते हाँ, बोलते हाँ। सत ते पहरा देण दा सानू जो बल है वो नाम दे सदके है, असीं नाम वरतते हैं। साडे घर गुरु साहब कहते नाम का ही खजाना भरपूर है, और नाम प्राप्ति वास्ते भगती करनी पैंदी है। ते भगती कोई क्रिया नहीं है, भगती प्रेम है। मड़ा कोई कहे कि मैं माला फेरदा तो भगती है, मता कोई कहे कि मैं बहुत वड्डियां जप कर लेना तो भगती है, पर नहीं, प्रेम ही भगती है। तुसीं जो कुछ भी करते हो, अगर प्रेम ना कर दो तो भगती है, अगर मजबूरी च कर दो तो फिर कुछ भी नहीं है। हुण किसी नूं जपजी का पाठ करने के लिए कह दिता, करता है, अगर मजबूरी च करता है तो बद्धा चट्टी जो भरे, ना गुण ना उपकार है। जे प्रेम ना करता है तो भगती है, तो जे प्रोफेशनल करता है तो ठीक है, किरत है उसकी। ये तीन प्रकार साढ़े को असीं वेख सकते हैं। एक मजबूरी च करता है, एक किरत करता है, एक भगती करता है। आ जो कुछ आप बैठे कर रहे हैं ना, बाणी पढ़ रहे हैं, बाणी सुन रहे हैं, असीं हर व्यक्ति किरत भी कर सकते हैं तो भगती भी कर सकते हैं, तो मजबूरी च भी बह सकते हैं। भाई बैठे आ मजबूरी च भी सही, टाइम पास करना है तो फिर कुछ नहीं मिलेगा। पर जे यही करतब नूं प्रेम दे नाल कर लिया तो भगती है, क्योंकि भगती अपने आप च प्रेम है, तो प्रेम का भंडार बहुत वड्डा है। कह लगे तुहानूं कित्थों मिल गया, सवाल पूछा जा सकता ना भी तुहानूं
ਇਹ ਭਗਤੀ ਦਾ ਭੰਡਾਰ, ਪ੍ਰੇਮ ਦਾ ਭੰਡਾਰ ਕਿੱਥੋਂ ਮਿਲ ਗਿਆ? ਲੋਕ ਤੇ ਕਹਿੰਦੇ ਨੇ ਮਾਲਾ ਫੇਰਨੀ ਭਗਤੀ ਹੈ, ਤਪੱਸਿਆ ਕਰਨੀ ਭਗਤੀ ਹੈ। ਕਹਿਣ ਕਿ ਸਤਿਗੁਰੂ ਦਾਤਾ ਜੀ ਕਾ ਸਦ ਜੀਵੈ ਦੇਵਨ ਹਾਰਾ। ਸਾਡੇ ਸਤਿਗੁਰੂ ਜੀ ਭਗਤੀ ਦੇ ਦਾਤੇ ਨੇ, ਸਾਡੇ ਸਤਿਗੁਰੂ ਜੀ ਨਾਮ ਦੇ ਦਾਤੇ ਨੇ, ਤੇ ਸਾਡੇ ਸਤਿਗੁਰੂ ਜੀ ਸਦ ਜੀਵੈ। ਦੁਨੀਆ ਦੇ ਗੁਰੂ ਹੋਣਗੇ ਜਨਮਦੇ ਤੇ ਮਰਦੇ, ਪਰ ਸਾਡੇ ਸਤਿਗੁਰ ਤੇ ਸਦ ਜੀਵੈ, ਕਿਉਂਕਿ ਸਾਡੇ ਸਤਿਗੁਰ ਤਾਂ ਗਿਆਨ ਸਰੂਪ ਨੇ, ਜੋਤ ਰੂਪ ਨੇ। ਇੱਕ ਬੇਨਤੀ ਕਰਦਿਆਂ ਤਰਕ ਵਾਲਾ ਕਹਿਣਗੇ, ਲੈ ਤੁਸੀਂ ਆਏ ਦਿਨ ਪ੍ਰਕਾਸ਼ ਪੁਰਬ ਤੇ ਜੋਤੀ ਜੋਤ ਪੁਰਬ ਮਨਾਏ ਬੈਠੇ ਹੁੰਦੇ ਹੋ। ਬਣਾਉਂਦੇ ਅਸੀਂ ਜੋਤੀ ਜੋਤ ਤੇ ਪ੍ਰਕਾਸ਼, ਪਰ ਉਹ ਸਰੀਰਾਂ ਦੇ, ਉਹ ਉਹਨਾਂ ਦੇ ਜਿਨ੍ਹਾਂ ਦੇ ਸਦਕੇ ਗੁਰੂ ਜੋਤ ਪ੍ਰਗਟ ਹੋਈ ਹੈ, ਉਹਨਾਂ ਦਾ ਜੋਤੀ ਜੋਤ ਤੇ ਉਹਨਾਂ ਦਾ ਪ੍ਰਕਾਸ਼ ਜਨਮ ਦਿਨ ਮਨਾਉਂਦੇ ਆ, ਜਿਨ੍ਹਾਂ ਦੇ ਰਾਹੀਂ ਗੁਰੂ ਜੋਤ ਪ੍ਰਗਟ। ਜਿਵੇਂ ਆ ਬਲਬ ਦਾ ਇਹਦਾ ਮੈਨੂਫੈਕਚਰਿੰਗ ਦਾ ਡੇ ਨਿਸ਼ਚਿਤ ਹੈ, ਤੇ ਇਹਦਾ ਕਿਸੇ ਦਿਨ ਆਉਣਾ ਜਿਸ ਦਿਨ ਅਸੀਂ ਉਤਾਰ ਕੇ ਰੱਖ ਦੇਣਾ, ਉਹ ਵੀ ਦਿਨ ਨਿਸ਼ਚਿਤ ਹੈ। ਇਹਨੂੰ ਸਨਮਾਨ ਨਾਲ ਲਗਾਇਆ ਜਾਏ, ਸਨਮਾਨ ਨਾਲ ਉਤਾਰਿਆ ਜਾਏ, ਪਰ ਬਿਜਲੀ ਦਾ ਜਨਮ ਦਿਨ ਥੋੜ੍ਹਾ ਮਨਾਓਗੇ, ਲਾਈਟ ਦਾ ਥੋੜ੍ਹਾ ਤਾਂ ਹੈ, ਸਦੀਵੀ ਹੈ। ਇਸ ਤਰ੍ਹਾਂ ਗੁਰਜੋਤ ਤੇ ਸਦੀਵੀ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਰਾਹੀਂ ਉਹ ਜੋਤ ਪ੍ਰਗਟ ਹੋਈ ਹੈ। ਬਾਬਾ ਲਹਿਣਾ ਜੀ ਨੂੰ ਮਿਲੀ, ਗੁਰੂ ਅੰਗਦ ਬਣ ਕੇ ਉਹ ਜੋਤ ਚੱਲਦੀ 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 ਅੱਜ ਗਿਆਨ ਰੂਪ ਹੋ ਕੇ ਹਰ ਹਿਰਦੇ 'ਚ ਪ੍ਰਕਾਸ਼ਿਤ ਹੋ ਸਕਦੀ ਹੈ। ਨਿਤ ਜਿੱਥੇ ਬਾਣੀ ਦਾ ਸਰੂਪ ਹੈ ਉੱਥੇ ਪ੍ਰਕਾਸ਼ਿਤ ਹੈ ਹੀ। ਸਾਨੂੰ ਦੱਸਿਆ ਗਿਆ ਗੁਰੂ ਗ੍ਰੰਥ ਜੀ ਮਾਨੀਓ। ਗੁਰੂ ਕਿਸ ਨੂੰ ਮੰਨੀਏ? ਕਹਿੰਦੇ ਗ੍ਰੰਥ ਜੀ ਨੂੰ। ਅਸੀਂ ਸ਼ਬਦ ਇਕੱਠਾ ਕੀਤਾ ਨਾ ਗੁਰੂ ਗ੍ਰੰਥ, ਪਰ ਠਹਿਰ ਕੇ ਕਦੇ ਪੜ੍ਹਦਾ, ਗੁਰੂ ਗ੍ਰੰਥ ਜੀ ਮਾਨੀਓ। ਗੁਰੂ ਗ੍ਰੰਥ ਜੀ ਨੂੰ ਮੰਨ ਲਓ, ਕਿਉਂਕਿ ਗ੍ਰੰਥ ਜੀ ਵਿੱਚ ਗਿਆਨ ਲਿਖਿਆ ਹੈ, ਗ੍ਰੰਥ ਜੀ ਦੇ ਵਿੱਚ ਬਾਣੀ ਲਿਖੀ ਹੈ, ਗ੍ਰੰਥ ਜੀ ਬਾਣੀ ਸਰੂਪ ਹੈ, ਗ੍ਰੰਥ ਜੀ ਗਿਆਨ ਸਰੂਪ ਹੈ। ਤੇ ਗੁਰੂ ਮੰਨੋ ਨਾ, ਫਿਰ ਕਿਵੇਂ ਲੱਗਾ? ਗੁਰੂ ਗ੍ਰੰਥ ਜੀ ਮਾਨੀਓ, ਫਿਰ ਕਿਵੇਂ ਲੱਗਾ? ਪ੍ਰਗਟ ਗੁਰਾ ਕੀਦੇ, ਫਿਰ ਗੁਰਦੇਵ ਪ੍ਰਗਟ ਹੈ। ਕਿਉਂਕਿ ਜੋ ਪ੍ਰਗਟ ਹੋ ਸਕਦਾ ਹੈ ਨਾ, ਉਹਦਾ ਮਤਲਬ ਹਰ ਥਾਂ 'ਤੇ ਹੁੰਦਾ ਹੈ। ਇੱਥੇ ਅੱਗ ਨਹੀਂ ਪ੍ਰਗਟ ਕੀਤੀ ਜਾ ਸਕਦੀ ਹੈ ਨਾ, ਪਾਣੀ ਨੂੰ ਪ੍ਰਗਟ ਕੀਤਾ ਜਾ ਸਕਦਾ ਨਾ। ਅੱਜ ਵਿਗਿਆਨਕ ਬੰਦੇ ਜਿਹੜੇ 4 ਵਿਗਿਆਨਕ ਦੀਆਂ ਜੁਗਤਾਂ ਪੜ੍ਹਦੇ ਨੇ, ਉਹਨੂੰ ਪਤਾ ਹੈ ਉਹ ਤਕਨੀਕੀ ਸਿਸਟਮ ਦੇ ਨਾਲ ਕਿਤੇ ਬੈਠ ਕੇ ਵੀ, ਜਿੱਥੇ ਉਹਨਾਂ ਕੋਲ ਲੈਬੋਰਟਰੀ ਦੇ ਸਿਸਟਮ ਪੂਰੇ ਹੋਣ, ਉਹ ਪਾਣੀ ਬਣਾ ਸਕਦੇ ਨੇ, ਉਹ ਅੱਗ ਪ੍ਰਗਟ ਕਰ ਲੈਂਦੇ ਨੇ। ਅਸੀਂ ਵੀ ਅੱਗ ਪ੍ਰਗਟ ਕਰ ਲੈਂਦੇ ਹਾਂ। ਪਰ ਚੇਤਾ ਰੱਖਣਾ, ਇਸੇ ਤਰ੍ਹਾਂ ਜਿੱਥੇ ਸਿਸਟਮ ਪੂਰਾ ਕਰਨਗੇ ਤੇ ਪਾਣੀ ਪ੍ਰਗਟ ਹੋ ਜਾਏਗਾ। ਉਹਨਾਂ ਚੀਜ਼ਾਂ, ਉਸ ਡਿਮਾਂਡਸ ਨੂੰ ਪੂਰਾ ਕਰ ਦਿਓਗੇ ਤੇ ਅੱਗ ਪ੍ਰਗਟ ਹੋ ਜਾਏਗੀ, ਤੇ ਚੇਤਨਾ ਉਹੀ ਡਿਮਾਂਡ ਪੂਰੀ ਕਰ ਦਿਓਗੇ ਤੇ ਗੁਰੂ ਪ੍ਰਗਟ ਹੋ ਜਾਏਗਾ। ਬਸ ਇਸੇ ਤਰ੍ਹਾਂ ਜੇ ਪਾਣੀ ਨੂੰ ਪੂਰਾ ਕਰਨ ਵਾਸਤੇ ਕੁਝ ਗੈਸਾਂ ਦਾ ਜੋੜ ਹੈ, ਬਰਾਬਰ ਸਮਤੋਲ ਚਾਹੀਦਾ ਹੈ, ਅੱਗ ਨੂੰ ਪ੍ਰਗਟ ਕਰਨ ਵਾਸਤੇ ਕੁਝ ਗੈਸਾਂ ਦਾ ਸਮਤੋਲ ਚਾਹੀਦਾ ਹੈ, ਇਵੇਂ ਗੁਰੂ ਨੂੰ ਪ੍ਰਗਟ ਕਰਨ ਵਾਲੇ ਹਿਰਦਾ ਸੱਤ ਦਾ ਸਮਤੋਲ ਚਾਹੀਦਾ ਹੈ। ਜਿੱਥੇ ਸੱਤ ਹੋਏਗਾ ਉੱਥੇ ਗੁਰੂ ਪ੍ਰਗਟ ਹੋ ਜਾਏਗਾ। ਇਸੇ ਕਰਕੇ ਸਾਡੇ ਵਡੇਰਿਆਂ ਨੇ ਇੱਕ ਸ਼ਬਦ ਜੋੜ ਦਿੱਤਾ ਹੈ, ਸਤ ਗੁਰੂ। ਜਿੱਥੇ ਸਤ ਹੈ ਉੱਥੇ ਹੀ ਗੁਰੂ ਹੈ। ਜਿੱਥੇ ਸਤ ਨਹੀਂ ਹੈ, ਹਿਰਦੇ ਵਿੱਚ ਸਤ ਨਹੀਂ ਹੈ, ਸਾਰਾ ਦਿਨ ਤੁਸੀਂ ਬਾਣੀ ਦਾ ਜਾਪ ਕਰੀ ਜਾਂਦੇ ਹੋ, ਹਿਰਦੇ ਵਿੱਚ ਸਤ ਨਹੀਂ ਹੈ, ਸਾਰਾ ਦਿਨ ਤੁਸੀਂ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਸਰੂਪ ਚੁੱਕੀ ਫਿਰਦੇ ਹੋ, ਕੋਈ ਮਾਇਨੇ ਨਹੀਂ ਰੱਖਦਾ। ਅਗਰ ਹਿਰਦੇ ਵਿੱਚ ਸਤ ਨਹੀਂ ਹੈ ਤੇ ਭਾਵੇਂ ਲਿਖ ਲਿਖ ਕੇ ਜਿੰਨਾ ਮਰਜ਼ੀ ਇੱਕ ਦੂਜੇ ਨੂੰ ਦੇ ਦਈਏ। ਆ ਸਾਡੀਆਂ ਜੇਬਾਂ ਦੇ ਵਿੱਚ, ਹਰ ਡਿਵਾਈਸ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ 'ਚ ਕੀ ਬਾਣੀ ਮੌਜੂਦ ਨਹੀਂ ਹੈ? ਪਰ ਚੂੰਕਿ ਸਾਡੇ ਹਿਰਦੇ ਵਿੱਚ ਸਤ ਨਹੀਂ ਹੈ, ਇਸ ਕਰਕੇ ਗੁਰੂ ਨਹੀਂ ਹੈ। ਇਸ ਕਰਕੇ ਗੁਰੂ ਨਹੀਂ ਹੈ। ਗਿਆਨ ਵਾਸਤੇ ਸ਼ਬਦ ਲਿਖੇ ਹੋਏ ਨੇ, ਸ਼ਬਦ ਲਿਖੇ ਨੇ, ਪੜ੍ਹ ਲੈਣੇ ਨੇ, ਗਾ ਲੈਣੇ, ਸੁਣ ਲੈਣੇ, ਸੁਣਾ ਲੈਣੇ, ਪਰ ਚੂੰਕਿ ਹਿਰਦੇ ਵਿੱਚ ਸਤ ਨਾ ਹੋਣ ਕਰਕੇ ਇਹ ਗੁਰੂ ਪ੍ਰਗਟ ਨਹੀਂ ਹੁੰਦਾ। ਹਿਰਦੇ ਵਿੱਚ ਤੇ ਸਤ ਹੈ, ਉੱਥੇ ਗੁਰੂ ਪਰ। ਰੋਜ਼ਾਨਾ ਸਾਨੂੰ 2 ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਭਗਤ ਪ੍ਰਹਲਾਦ ਜੀ ਦੀ ਤੇ ਭਗਤ ਨਾਮਦੇਵ ਜੀ ਦੀ। ਆਸਾ ਕੀ ਵਾਰ ਦੇ ਸੰਪੂਰਨਤਾ ਤੇ ਹਰ ਜੁਗ ਜੁਗ ਭਗਤ ਤੋਂ ਪਾਇਆ। ਕਹਿੰਦੇ ਨਾ, ਪ੍ਰਹਲਾਦ ਤਰਾਇਆ ਅਹੰਕਾਰ ਆਨੰਦ ਕਾ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਹੁਣ ਇਹਨਾਂ ਦੇ ਕੋਲ, ਦੋਵਾਂ ਦੇ ਕੋਲ ਕੀ ਹੈ? ਸੱਤ ਹੈ, ਤੇ ਸੱਤ ਦੇ ਸਦਕੇ ਗੁਰੂ ਪ੍ਰਗਟ ਹੋ ਗਏ। ਇਹਨਾਂ ਦੀ ਲਾਜ ਬਚ ਗਈ। ਸਵੇਰੇ ਤੇ ਸ਼ਾਮ ਇਹ ਗਾਥਾਵਾਂ ਸਾਨੂੰ ਸੁਣਾਈਆਂ ਜਾਂਦੀਆਂ ਨੇ। ਅਸੀਂ ਵੀ ਕਿਤੇ ਐਸਾ ਕਰ ਸਕੀਏ, ਸਾਡੇ ਹਿਰਦੇ 'ਚ ਸੱਤ ਪ੍ਰਗਟ ਹੋ ਜਾਏ। ਸਾਡਾ ਸਤਿਗੁਰ ਸਦ ਜੀਵਨ ਦੇਵ ਇਹ ਕਾਲ ਤੋਂ ਰਹਿਤ ਹੈ, ਅਕਾਲ ਹੈ। ਇਸੇ ਕਰਕੇ ਨੂੰ ਅਕਾਲ ਪੁਰਖ ਕਹਿੰਦੇ ਨੇ। ਇਹ ਅਕਾਲ ਸਰੂਪ ਹੈ, ਕਾਲ ਦੇ ਚੱਕਰ ਤੋਂ ਮੁਕਤ ਹੈ। ਕਿੱਦਾਂ ਕਰੀਏ ਫਿਰ? ਇਸ ਸਤਿਗੁਰ ਦੇ ਦਿੱਤੇ ਨਾਮ ਤੱਕ ਪਹੁੰਚਣ ਦੀ ਕੋਈ ਜੁਗਤ ਵਰਤਦੇ ਹੋ? ਕਹਿਣ ਲੱਗੇ ਜੀ ਹਾਂ, ਕਿਉਂਕਿ ਕਿਤੇ ਪਹੁੰਚਣ ਵਾਸਤੇ ਜੁਗਤੀ ਤੇ ਕੋਈ ਵਰਤਣੀ ਪੈਂਦੀ ਨਾ। ਜੁਗਤੀ ਅਸੀਂ ਵਰਤਦੇ ਹਾਂ। ਕੀ ਵਰਤਦੇ ਹੋ?
ਅਨ ਦਿਨ ਕੀਰਤਨ ਸਦਾ ਕਰੈ। ਗੁਰੂ ਦੇ ਗਿਆਨ ਤੱਕ, ਗੁਰੂ ਦੇ ਪ੍ਰੇਮ ਤੱਕ, ਗੁਰੂ ਦੇ ਭਾਵ ਤੱਕ ਪਹੁੰਚਣ ਵਾਸਤੇ ਕੀਰਤਨ ਸਭ ਤੋਂ ਬਿਹਤਰੀਨ ਜੁਗਤ ਹੈ। ਇਸੇ ਕਰਕੇ ਕੀਰਤਨ ਕਲਯੁਗ ਵਿੱਚ ਪ੍ਰਧਾਨ ਕਿਹਾ ਗਿਆ। ਅਸੀਂ ਪੜ੍ਹਦੇ ਹਾਂ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਸਭ ਤੋਂ ਬਿਹਤਰੀਨ ਵਾਇਆ ਹੈ ਗੁਰੂ ਕਲਾ ਤੱਕ ਪਹੁੰਚ ਬਣਾਉਣ ਦਾ। ਕੀਰਤਨ ਬਿਹਤਰੀਨ ਜੁਗਤ ਹੈ। ਗੁਰੂ ਕਲਾ ਤੱਕ ਨਾਮ ਦੀ ਦਾਤ ਨੂੰ ਪ੍ਰਾਪਤ ਕਰਨ ਦੀ ਸਭ ਤੋਂ ਬਿਹਤਰੀਨ ਜੁਗਤ ਗੁਰੂ ਕਲਾ ਤੱਕ ਭਗਤੀ ਕੀਰਤਨ। ਇਸੇ ਕਰਕੇ ਕੀਰਤਨ ਭਗਤੀ ਹੈ। ਵੀ ਸਾਡੇ ਘਰ ਤੇ ਇਸੇ ਕਰਕੇ ਕੀਰਤਨ ਹੁੰਦਾ। ਪ੍ਰਤੀਕ ਵਜੋਂ ਦੇਖਿਆ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਜਦੋਂ ਚੜ੍ਹਿਆ ਸੋਧਣ ਧਰਤ ਲੁਕਾਈ ਵਾਲਾ ਜੁਗਤ ਵਰਤੀ ਤੇ ਸਭ ਤੋਂ ਪਹਿਲਾਂ ਕੀਰਤਨ ਹੀ ਆਰੰਭ ਕਰਾਇਆ। ਮਰਦਾਨਾ ਜੀ ਦੇ ਰਾਹੀਂ ਕੀਰਤਨ ਦੀ ਸ਼ੁਰੂਆਤ ਕੀਤੀ। ਅੱਜ ਸ਼੍ਰੀ ਦਰਬਾਰ ਸਾਹਿਬ ਸਾਡੇ ਪ੍ਰਤੀਕ ਵਜੋਂ ਕੀਰਤਨ ਹੀ ਸਾਰਾ ਦਿਨ ਹੁੰਦਾ ਹੈ, ਕਿਉਂਕਿ ਭਗਤੀ ਦੀ ਰੰਗ, ਭਗਤੀ ਦੀ ਕਲਾ ਵਰਤਦੀ ਹੈ। ਕਹਿ ਲੱਗੇ ਅਨ ਦਿਨ ਕੀਰਤਨ ਸਦਾ ਕਰੈ। ਕਿਹਦਾ ਕੀਰਤਨ ਕਰਦੇ ਹੋ? ਜੋ ਮਰਜ਼ੀ ਆਏ ਗਾ ਲੈਂਦੇ ਹੋ? ਨਾ ਨਾ ਭਾਈ, ਇੱਥੇ ਪਾਬੰਦੀ ਜੀ। ਜੋ ਮਰਜ਼ੀ ਆਏ ਨਹੀਂ ਗਾਉਣਾ। ਕੀ ਗਾਉਣਾ ਹੈ? ਗੁਰੂ ਕਾ ਸ਼ਬਦ ਗਾਵਣੇ, ਗੁਰੂ ਕੇ ਸ਼ਬਦ ਨੇ, ਕਿਉਂਕਿ ਸ਼ਬਦਾਂ ਦੇ ਵਿੱਚ ਗੁਰੂ ਕਾ ਭਾਵ ਹੈ। ਕਿਉਂਕਿ ਹਰ ਕਵੀ ਜੋ ਉਚਾਰਨ ਕਰਦਾ, ਜੋ ਲਿਖਦਾ, ਉਹਦੇ ਵਿੱਚ ਉਹਦਾ ਆਪਣਾ ਆਪਣਾ ਪੱਖ, ਜੋ ਉਹਦਾ ਆਪਣਾ ਆਪਣਤਵ ਹੁੰਦਾ, ਜੋ ਉਹਦੀ ਪਰਸਨੈਲਿਟੀ ਹੁੰਦੀ, ਜੋ ਉਹਦਾ ਭਾਵ ਹੁੰਦਾ, ਉਹਦੀ ਕਵਿਤਾ ਦੇ ਵਿੱਚ, ਉਹਦੇ ਬੋਲਾਂ ਦੇ ਵਿੱਚ ਉਹ ਜੁੜਿਆ ਹੋਇਆ ਹੁੰਦਾ ਹੈ। ਇਸੇ ਕਰਕੇ ਕੀਰਤਨ ਵਿੱਚ ਅੱਖਰੀ ਅਰਥਾਂ ਦਾ ਅਸੀਂ ਉਹਨਾਂ ਮਾਇਨਾ ਨਹੀਂ ਲੈਂਦੇ ਜਿਨ੍ਹਾਂ ਧੁਨਾਤਮਕ ਪੱਖ ਤੇ ਪ੍ਰੇਮ ਦਾ ਮਾਇਨਾ ਲੈਂਦੇ ਹਾਂ। ਕੀਰਤਨ ਦੇਖਣ ਦਾ ਵਿਸ਼ਾ ਨਹੀਂ, ਕੀਰਤਨ ਤੇ ਮਗਨ ਹੋ ਕੇ ਸੁਣਨ ਦਾ ਵਿਸ਼ਾ। ਹਾਂ, ਆਖਰੀ ਅਰਥ ਬਣ ਜਾਣ ਤੇ ਬਹੁਤ ਵਧੀਆ, ਸੋਨੇ ਤੇ ਸੁਹਾਗਾ ਹੈ। ਪਰ ਐਸਾ ਵੀ ਦੇਖਿਆ ਹੈ ਜਿਨ੍ਹਾਂ ਨੂੰ ਕੀਰਤਨ ਨਹੀਂ ਸਮਝ ਆਉਂਦਾ ਨਾ ਸ਼ਬਦ, ਉਹ ਵੀ ਆਨੰਦ ਲੈਂਦੇ ਨੇ। ਬਹੁਤ ਸਾਰੇ ਐਸੇ ਅਨ ਭਾਸ਼ਾਵਾਂ ਦੇ ਲੋਕ ਜਿਨ੍ਹਾਂ ਨੂੰ ਪੰਜਾਬੀ ਕੀਰਤਨ ਨਹੀਂ ਸਮਝ ਆਉਂਦਾ, ਜੋ ਮਿਲਦੇ ਕਹਿੰਦੇ, ਉਹ ਵੀ ਕਹਿੰਦੇ ਨੇ ਆਨੰਦ ਆ ਜਾਂਦਾ ਹੈ, ਕਿਉਂ? ਉੱਥੇ ਭਗਤੀ ਭਾਵ ਹੈ, ਪ੍ਰੇਮ ਭਾਵ ਹੈ। ਪਰ ਗਾਉਣਾ ਗੁਰੂ ਸ਼ਬਦ ਹੀ ਹੈ, ਗੁਰੂ ਕੇ ਸ਼ਬਦ ਵਿੱਚੋਂ ਹੀ ਗਾਉਣਾ। ਪਤਾ ਕਿਉਂ? ਸ਼ਬਦ ਗੁਰੂ ਕਾ ਸਦ ਉਚਰੈ। ਅਸੀਂ ਤਾਂ ਭਾਈ, ਗੁਰਸਿੱਖ ਤਾਂ ਭਾਈ ਸਦਾ ਹੀ ਗੁਰੂ ਕੇ ਸ਼ਬਦ ਨੂੰ ਹੀ ਉਚਾਰਨ ਕਰਦੇ ਨੇ, ਜਪਦੇ ਨੇ, ਪੜ੍ਹਦੇ ਨੇ। ਸ਼ਬਦ ਗੁਰੂ ਕਾ ਸਦ ਉਚਰਹਿ। ਇਹ 'ਚ ਕੀ ਹੈ? ਕਹਿਣਗੇ ਜੁਗ ਜੁਗ ਵਰਤਾਵਣ ਹਾਰਾ। ਗੁਰੂ ਕਾ ਸ਼ਬਦ ਸਦਾ ਗਿਆਨ ਹੈ, ਔਰ ਇਹ ਗਿਆਨ ਦਾ ਭੰਡਾਰ ਸਦਾ ਵਰਤ ਰਿਹਾ ਹੈ। ਜਦੋਂ ਵੀ ਕੋਈ ਗੁਰੂ ਸ਼ਬਦ ਨੂੰ ਪੜ੍ਹਦਾ, ਸੁਣਦਾ, ਸਮਝਦਾ ਹੈ, ਉਦੋਂ ਹੀ ਗੁਰੂ ਕੇ ਭੰਡਾਰ ਗਿਆਨ ਦਾ ਹਿੱਸਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਤਨਾ ਵੀ ਗੁਰੂ ਸ਼ਬਦ ਨੂੰ ਸਮਝ ਲੈਂਦਾ ਹੈ, ਪੜ੍ਹ ਲੈਂਦਾ ਹੈ, ਉਤਨਾ ਕੁਛ ਆਉਂਦਾ, ਉਤਨਾ ਕੁ ਹਿੱਸਾ ਉਹਨੂੰ ਮਿਲ ਜਾਂਦਾ ਹੈ। ਆਹ ਦੇਖਦੇ ਨਾ, ਅਵਤਾਰਾਂ ਵਾਲੇ ਸਾਡੇ ਕੋਲ ਪਹੁੰਚਦੇ ਨੇ, ਸਾਡਾ ਹਿੱਸਾ ਪ੍ਰਸ਼ਾਦ ਦਾ ਮਿਲ ਜਾਂਦਾ ਹੈ। ਵੀ ਉਹਨਾਂ ਦੇ ਕੋਲ ਤਾਂ ਪਰਾਤ ਭਰੀ ਹੁੰਦੀ ਹੈ ਨਾ, ਪਰ ਸਾਨੂੰ ਪਰਾਤ ਭਰ ਕੇ ਥੋੜ੍ਹਾ ਮਿਲਦੀ ਹੈ। ਸਾਨੂੰ ਤੇ ਸਾਡਾ ਹਿੱਸਾ ਦੇਖਦੇ। ਕਿਹਦਾ ਹਿੱਸਾ? ਕੋਈ ਨਾਪ ਤੋਲ ਥੋੜ੍ਹਾ ਹੁੰਦੀ ਹੈ। ਕਦੇ ਵੇਖਿਆ ਜੇ ਵਰਤਾਉਣ ਵਾਲਿਆਂ ਨੂੰ ਕਿਸੇ ਨਾਪ ਤੋਲ ਦੇ ਕੇ ਵੀ ਕੜਛੀ ਦਿੱਤੀ? ਨਾ, ਜਿਤਨਾ ਕੁ ਉਹਦੇ ਹੱਥ 'ਚ ਸੁੱਤੇ ਹਿੱਸੇ ਦਉਂਦਾ ਹੈ, ਸਾਡੇ ਬੁੱਕ 'ਚ ਪਾ ਦਿੰਦਾ ਹੈ। ਇਸੇ ਤਰ੍ਹਾਂ ਜਿਤਨਾ ਕੁ ਸ਼ਬਦ ਅਸੀਂ ਪੜ੍ਹ ਲਵਾਂਗੇ, ਜਿਤਨਾ ਕੁ ਸਿਆਣੇ ਕਹਿੰਦੇ ਨੇ, ਜਿਤਨੀ ਕਿ ਸਾਡੀ ਸ਼ੁੱਧਤਾ ਭਾਂਡੇ ਦੀ ਹੋਏਗੀ, ਉਤਨੀ ਕੁ ਪਵਿੱਤਰਤਾ ਸਾਨੂੰ ਮਿਲ ਜਾਏਗੀ। ਪਰ ਮਿਲਣਾ ਸ਼ਬਦ 'ਚੋਂ ਹੀ ਹੈ। ਫਿਰ ਕਿੱਦਾਂ ਕਰੀਏ? ਕਹਿਣਗੇ ਇਹ ਮਨੁਆ ਸਦਾ ਸੁਖ ਵਸੈ। ਜਦੋਂ ਸ਼ਬਦ ਦੇ ਪ੍ਰੇਮ ਜੁੜ ਜਾਈਦਾ ਹੈ ਤੇ ਮਨ ਟਿਕ ਜਾਂਦਾ ਹੈ। ਗੁਰਸਿੱਖਾਂ ਦਾ ਮਨ ਇਸੇ ਕਰਕੇ ਸ਼ਬਦ ਦੇ ਸਦਕੇ ਸਦਾ ਸੁਖੀ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ। ਕਿਸੇ ਗੁਰਸਿੱਖ ਨੂੰ ਪੁੱਛੀਏ ਕੀ ਹਾਲ ਹੈ, ਤੇ ਗੁਰਸਿੱਖ ਹੋਏਗਾ ਤਾਂ ਕੀ ਕਹੇਗਾ? ਆਨੰਦ ਹੈ। ਉਹ ਆਪਣੇ ਘਰ ਦੇ ਰੋਣੇ ਨਹੀਂ ਰੋਏਗਾ। ਗੁਰਸਿੱਖ ਕਦੇ ਵੀ ਆਪਣੇ ਘਰ ਦੀਆਂ ਪਰੇਸ਼ਾਨੀਆਂ ਤੇ ਰੋਣੇ ਨੂੰ ਨਹੀਂ ਬਾਹਰ ਹੁੰਦਾ। ਉਹਨੂੰ ਪੁੱਛੀਏ ਕੀ ਹਾਲ ਹੈ, ਕਹਿੰਦਾ ਆਨੰਦ ਹੈ। ਭਾਵੇਂ ਰੋਟੀ ਖਾਣ ਨੂੰ ਮਿਲੀ ਤੇ ਭਾਵੇਂ ਨਹੀਂ ਮਿਲੀ, ਕੋਈ ਸਰੀਰ ਤਨ ਕਲੇਸ਼ ਆਇਆ, ਕੋਈ ਗੱਲ, ਇਹਨੇ ਸਮੇਂ ਦੇ ਮੁਤਾਬਕ ਹੈ, ਪਰ ਆਨੰਦ ਹੈ। ਇਹੀ ਤੇ ਸੁੱਖ ਹੈ। ਜਦੋਂ ਸਾਨੂੰ ਕੀ ਦੱਸਿਆ ਗਿਆ? ਸਿੱਖ ਦਾ ਸਰੂਪ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮਨ ਉੱਚਾ ਰਹੇ। ਕਹਿ ਲਗੇ ਇਹ ਮਨੁਆ ਸਦਾ ਸੁਖ ਵਸੈ, ਸਹਿਜੀ ਕਰੇ ਵਪਾਰਾ। ਜਦੋਂ ਜੀਵਨ ਸਹਿਜ ਵਿੱਚ ਆ ਜਾਂਦਾ ਹੈ, ਜ਼ਿੰਦਗੀ ਦਾ ਵਪਾਰ, ਵਿਵਹਾਰ, ਕਿਰਦਾਰ, ਆਚਾਰ ਸਭ ਕੁਝ ਸਹਿਜ ਟਿਕ ਜਾਂਦਾ ਹੈ। ਫਿਰ ਕਹਿੰਦੇ ਅੰਤਰ ਗੁਰ ਗਿਆਨ ਹਰਤਨ ਹੈ। ਇਹ ਭਾਈ ਜਿਹੜੇ ਪਹੁੰਚ ਜਾਂਦੇ ਨੇ ਸ਼ਬਦ ਦੇ ਸਹਿਜ ਤੱਕ, ਉਹਨਾਂ ਦੇ ਹਿਰਦੇ 'ਚ ਗੁਰੂ ਕੇ ਗਿਆਨ ਦਾ ਰਤਨ ਟਿਕ ਜਾਂਦਾ ਹੈ। ਅਸੀਂ ਪੜ੍ਹਦੇ ਰਤਨ ਗੁਰੂ ਕਾ ਸ਼ਬਦ ਹੈ। ਇਹ ਰਤਨ ਗੁਰੂ ਕਾ ਸ਼ਬਦ ਟਿਕ ਜਾਂਦਾ ਹੈ, ਮੁਕਤ ਕਰਾਵਣ ਹਾਰਾ। ਤੇ ਗੁਰੂ ਕਾ ਗਿਆਨ, ਗੁਰੂ ਕਾ ਸ਼ਬਦ ਸੰਸਾਰ ਦੇ ਬੰਧਨਾਂ ਤੋਂ ਮੁਕਤੀ ਦਾ ਦਾਤਾ ਹੈ, ਮੁਕਤ ਕਰਵਾ ਦਿੰਦਾ ਹੈ।
नानक जिसनों नदर करे सो पाए। महाराज कहते जिते किरपा हो जाती है वो शब्द ਨੂੰ प्राप्त करता है, उस नाम रत्न ਨੂੰ प्राप्त करता है। सो सो होवै वो हो जाता है कि दर सचियारा, प्रभु के दर ते सचियार हो जाता है। ਅਸੀਂ ਪੁੱਛਦੇ ਹਾਂ ਨਾ ਕਿ ਸਚਿਆਰਾ ਹੋਈ ਹੈ, ਸ਼ਬਦ ਦੇ ਸਦਕੇ ਸਚਿਆਰ ਹੋ ਜਾਈਦੇ। ਗੁਰਦੇਵ ਕਿਰਪਾ ਕਰਨ ਅਸੀਂ ਸ਼ਬਦ ਪੜ੍ਹਦੇ, ਸ਼ਬਦ ਸੁਣਦੇ, ਸ਼ਬਦ ਨੂੰ ਸਮਝਦੇ ਚਲੀਏ। ਅੱਜ ਕਿਉਂਕਿ ਹਰ ਮਹੀਨੇ ਕਿਸੇ ਸੇਵਕ ਪਰਿਵਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਕੇ ਸਹਿਜ ਪਾਠ ਹੁੰਦੇ ਨੇ। ਅੱਜ डॉक्टर ਭੁਪਿੰਦਰਪਾਲ ਸਿੰਘ ਜੀ के परिवार ਵੱਲੋਂ ਜੋ ਸਹਿਜ ਪਾਠ ਆਰੰਭ ਕਰਵਾਇਆ ਗਿਆ ਸਨ, ਪਿਛਲੇ ਮਹੀਨੇ ਸੰਪੂਰਨ ਮਹੀਨਾ ਦਾ ਜਾਪ ਹੁੰਦਾ ਰਿਹਾ ਅਤੇ ਹੁਣ ਸੰਪੂਰਨਤਾ ਦਾ ਸਮਾਂ ਆਇਆ। ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਇਹ ਸਹਿਜ ਪਾਠ ਦੀ ਇੱਕ ਸੰਪੂਰਨਤਾ ਹਰ ਮਹੀਨੇ ਹੁੰਦੀ ਹੈ। ਅੱਜ ਵੀ ਇਸ ਸਹਿਜ ਪਾਠ ਦੀ ਇੱਕ ਸੰਪੂਰਨਤਾ ਆਪਾਂ ਰਲ ਮਿਲ ਕੇ ਕਰਦੇ ਹਾਂ। ਸ਼ਲੋਕ ਮਹਲੇ 9ਵੇਂ ਕਾ ਜਾਪ ਆਪਾਂ ਰਲ ਕੇ ਕਰੀਏ। ਉਪਰੰਤ ਫਿਰ ਅਗਲੀਆਂ ਬਖਸ਼ਿਸ਼ਾਂ ਸਮੇਂ ਦੇ ਮੁਤਾਬਕ ਹੋਣਗੀਆਂ, ਉਹ ਵਾਚਾਂਗੇ, ਵਿਚਾਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਿਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕਉ ਮੀਨ। ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨ ਹੋਹਿ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਸ। ਤਰਨ ਆਪੋ ਇਉ ਹੀ ਗਇਓ, ਲਿਓ ਜਰਾ ਤਨ ਜੀਤ। ਕਹ ਨਾਨਕ ਭਜ ਹਰ ਮਨਾ, ਆਉਦ ਜਾਤ ਹੈ ਬੀਤ। ਬਿਰਦ ਪਾਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉ ਨ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਿਤ ਉਧਾਰਨ ਪੈ ਹਰਨ, ਹਰ ਅਨਾਥ ਕੇ ਨਾਥ। ਕਹ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਤਨ ਧਨ ਜਿਹ ਤੋ ਕਉ ਦਿਓ, ਤਾ ਸਿਉ ਨੇਹੁ ਨ ਕੀਨ। ਕਹੋ ਨਾਨਕ ਨਰ ਬਾਵਰੇ, ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿ ਨ ਕੋਇ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਜੇ ਸਿਮਰਤ ਗਤ ਪਾਈਐ, ਤੇ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ, ਆਉਦ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹ ਨਾਨਕ ਤਿਹ ਭਜ ਮਨਾ, ਭਉ ਨਿਧ ਉਤਰਹਿ ਪਾਰ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜਿਹ, ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ,
मुक्त ताहे तय जान। पह काहूँ कौ देत नह, नह पैमान त्यान। कहो नानक सुन रे मना, ज्ञानी ताहे बखान। जेह बिखया सगली तजी, लियो पेख बैराग। कहो नानक सुन रे मना, तेह नर माथै भाग। जेह माया ममता तजी, सब ते भयो उदास। कहो नानक सुन रे मना, तेह कट ब्रह्म निवास। जेह प्राणी हਉ मैं तजी, करता राम पछान। कहो नानक वह मुक्त नर, एह मन साची मान। पै नासन दुर्मत हरन, कल मैं हर को नाम। निस दिन जो नानक भजै, सफल होए तेह काम। जिह्वा गुन गोबिंद भजो, करन सुनो हर नाम। कहो नानक सुन रे मना, परह न जम कै धाम। जो प्राणी ममता तजै, लोभ मोह अहंकार। कहो नानक आपन तरै, और न लेत उधार। जो सुपना और पेखना, ऐसे जग कौ जान। इनमै कछ साचो नहीं, नानक बिन भगवान। निस दिन माया कारने, प्राणी डोलत नीत। कोटन मैं नानक को, नारायण जिह चीत। जैसे जल ते बुध बुदा, उपजै बिन सै नीत। जग रचना तैसे रची, कहो नानक सुन मीत। प्राणी कछु न चेतई, मद माया कै अंध। कहो नानक बिन हर भजन, परत ताहे जम फंद। जो सुख कौ चाहै सदा, शरण राम की लेह। कहो नानक सुन रे मना, दुर्लभ मानुख देह। माया कारण तावहि, मूर्ख लोग अजान। कहो नानक बिन हर भजन, बिरथा जन्म सिरान। जो प्राणी निस दिन भजै, रूप राम तेह जान। हर जन हर अंतर नहीं, नानक साची मान। मन माया मैं फद रहियो, बिसरियो गोबिंद नाम। कहो नानक बिन हर भजन, जीवन कौने काम। ये प्राणी राम न चेतई, मद माया कै अंध। कहो नानक हर भजन बिन, परत ताहे जम फंद। सुख मैं बहु संगी भय, दुख मैं संग न कोय। कहो नानक हर भज मना, अंत सहाई होए। जन्म जन्म पर मत फिरियो, मिटियो न जम को त्रास। कहो नानक हर भज मना, निरभय पावह बास। जतन बहुत मैं कर रहियो, मिटियो न मन को मान। दुर्मत स्यों नानक फधियो, राख लेहु भगवान। बाल जवानी और बिरध फुन, तीन अवस्था जान। कहो नानक हर भजन बिन, बिरथा सब ही मान। करणो हुतु सुना कियो, परयो लोभ कै फंद। नानक समयो रम गयो, अब क्यों रोवत अंध। मन माया में रम रहियो, निकसत नाहि नमीत। नानक मूरत चित्र ज्यों, छाड़त नाहि न पीत। नर चाहत नर चाहत कछ और की और भाई। चितवत रहु ठगौर, नानक फांसी गल परी।
जतन बहुत सुख के किए, दुख को कियो न कोए। कहो नानक सुन रे मना, हर पावै सो होए। जगत भिखारी फिरत है, सबको दाता राम। कहो नानक मन सिमरते, पूरन हो वह काम। झूठै मान कहाँ करे, जग सुपने ज्यों जान। इनमें कछ तेरो नहीं, नानक कहो बखान। गर्भ करत है देह को, बिन सैशन में मीत। जेह प्राणी हर जस कहियो, नानक तेह जग जीत। जेह घट सिमरन राम को, सो नर मुक्ता जान। तेह नर हर अंतर नहीं, नानक साची मान। एक भगति भगवान, जेह प्राणी कै नाहे मन। जैसे सूकर स्वान, नानक मानो ताहे तन। स्वामी को गृह ज्यों सदा, स्वान तजत नहीं नित। नानक एह बिद हर भजो, इक मन होए इक चित। तीर्थ बरत अरदान कर, मन में तरह गुमान। नानक नेह फल जात तेहे, जो कुंचर इशनान। सिर कंप्यो पग डग मगे, नैन जोत तेहीन। कहो नानक एह बिद भई, तऊ न हर रस लीन। निज कर देखियो जगत में, को काहू को नाहे। नानक थिर हर भगति है, तिह राखो मन माहे। जग रचना सब झूठ है, जान ले होरे मीत। कह नानक थिर ना रहै, जो बालू की पीत। राम गयो रावण गयो, जाको बाहु परवार। कहो नानक थिर कछ नहीं, सुपने जो संसार। चिंता ताकी कीजिए, जो अनहोनी होए। एह मार्ग संसार को, नानक थिर नहीं कोए। जो उपजो सो बिनस है, परो आज कै काल। नानक हर गुण गाए ले, छाड़ सगल जंजाल। दोहरा भल छुटक्यो बंधन परे, कछु न होत उपाय। कहो नानक अब ऊट हर, गज ज्यों हो सहाय। बल हो आ बंधन छुटे, सब किछ होत उपाय। नानक सब किछ तुमरे हाथ में, तुम ही होत सहाय। संग सखा सब तज गए, को न निभ्यो साथ। कहो नानक एह विपत में, टेक एक रघुनाथ। नाम रहयो साधु रहयो, रहयो गुरु गोबिंद। कहो नानक एह जगत में, किन जपियो गुरमंत। राम नाम उर मैं गहियो, जाकै सम नहीं कोए। जेह सिमरत संकट मिटै, दर्श तुहारो होए। राम नाम उर मैं गहियो, जाकै सम नहीं कोए। जेह सिमरत संकट मिटै, दर्श तुहारो होए। ਮੁੰਦਾਵਣੀ ਮਹਿਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾकुर का पयो, जिसका सब आधारो। जे को खावै जे को पुंचै, तिसका होए उधारो। एह वस्तु तजी नह जाई, नित नित रख उधारो। तम संसार चरणग तरियै, सब नानक ब्रह्म पसारो। श्लोक महला पंजवा। तेरा कीता जातो नाहि,
मैनो जोग की तोई, मैं निर्गुण आरे को गुण नाही। आपे तरस पयोई, तरस पया मेहरा मत होई। सतगुर सज्जन मिलिया, नानक नाम मिलै तां जीवा। तन मन थीवै हारिया, तरस पया मेहरा मत होई। सतगुर सज्जन मिलिया, नानक नाम मिलै तां जीवा। तन मन थीवै हारिया। इक ਓੰਕਾਰ सत गुर प्रसाद राग माला। राग एक संग पंच बरंग संग आलापहि आठो नंदन। प्रथम राग पैरो वै करही, पंच राग निसंग उचरही। प्रथम भैरवी बिलावली, पुनिया की गावहि बंगली। पुनस लेखी की पही बारी, ये भैरो की पांचो नारी। पंचम हरखत साख सुनावै, बंगाल में मद माधव गावह। ललित बिलावल गावहि अपनी अपनी भांत। अष्टपुत्र भैरव के गावह गायन पात्र। द्वितीया मालको सकिया लापै, संग रागनी पाचो थापै। गोंड करी और देव गंधारी, गंधारी सिहुति उचारी। तनासरी ये पांचो गाई, माल राग कौशिक संग लाई। मारू मस्त अंग में वारा, प्रबल चंड कौशिक उभारा। खौखटी पौरानंद गाय, अष्टमाल कौशिक संग लाए। पुनियायु हिंडोल, पंच नार सिंह अष्ट सुत। उठे तान कलोल, गायन तार मिलावही। तेलंगी देव करी आई, बसंती संदूर सुहाई। सरस अहिर लै भार जा, संगलाई पांचो आरजा। सुरमानंद भास्कर आए, चंद्र बिंब मंगलन सुहाए। सरस बान्यो आह बिनोदा, गावे सरस बसंत कमोदा। अष्टपुत्र में कहे सवारी, पुनियाई दीपक की बारी। कछेली पट मंजरी, टोडी कही अलाप। कामोदियो गुजरी, संग दीपक के थाप। कालंका कुंतल और रामा, कमल कुसुम चंपक के नामा। गौरा औ कानरा कल्याना, अष्टपुत्र दीपक के जाना। सब मिल श्रागवै गावै, पांचो संग बरंगन लावै। बैरारी करनाटी धरी, गौरी गावै आसा वरी। ते पाछे सिंधवी अलापी, श्राग से पांचो थापी। सालू सारंग सागर आय और गोंड गंभीर। अष्टपुत्र श्राग के गोंड कुंभ हमीर। खष्टम मेघराग वै गावै, पांचो संग बरंगन लावै। सोरठ गोंड मलारी धुनी, पुन गावह आसा गुन गुनी। ऊंचे सुरसु हों पुन कीनी, मेघराग से पांचो चीनी। भैरा तर गय तर के दारा, जबली तर नटियो जल तारा। पुन गावह शंकर औ श्यामा, मेघ राग पुत्रन के नामा। खष्ट राग उन गाए, संग रागनी तीस। सभै पुत्र रागन के, 18 10 20। खष्ट राग उन गाए, संग रागनी तीस। सभै पुत्र रागन के, 18 10 20। वाहिगुरु जी का खालसा, वाहिगुरु जी की